ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਸਮੂਹ ਵਿਦਿਆਰਥੀਆਂ ਨੂੰ ਅਤੇ ਐਜੂਸੈਟ ਤੇ ਸੁਣ ਰਹੇ ਲੈਕਚਰਰ ਸਹਿਬਾਨ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਬੇਟੇ ਐਜੂਸੈਟ ਦੇ ਵਿੱਚ 10+2 ਦੇ ਅਧੀਨ ਰਾਜਨੀਤਿਕ ਪ੍ਰਣਾਲੀ ਬਹੁਤ ਹੀ ਇੰਪੋਰਟੈਂਟ ਲੈਸਨ ਹੈ। ਇਸ ਦਾ ਇੱਕ ਭਾਗ ਕਿ ਰਾਜਨੀਤਿਕ ਪ੍ਰਣਾਲੀ ਕੀ ਹੈ, ਇਸ ਦਾ ਅਰਥ, ਪਰਿਭਾਸ਼ਾ, ਵਿਸ਼ੇਸ਼ਤਾਵਾਂ ਅਤੇ ਕੰਮ, ਇਹ ਤੁਸੀਂ ਐਜੂਸੈਟ ਦੇ ਲੈਕਚਰ ਦੇ ਥਰੂ ਪਹਿਲੇ ਭਾਗ ਵਿੱਚ ਕਰ ਚੁੱਕੇ ਹੋ। ਅੱਜ ਅਸੀਂ ਇਸ ਦਾ ਦੂਸਰਾ ਭਾਗ ਭਾਵ ਰਾਜਨੀਤਿਕ ਸੰਰਚਨਾ ਅਤੇ ਫੀਡਬੈਕ ਲੂਪ, ਇਹ ਬਹੁਤ ਇੰਪੋਰਟੈਂਟ ਲੈਸਨ ਹੈ। ਮੈਂ ਲੈਸਨ ਸ਼ੁਰੂ ਕਰਾਉਣ ਤੋਂ ਪਹਿਲਾਂ ਬੇਟੇ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਪੇਪਰ ਦੇ ਵਿੱਚ 10 ਤੋਂ 15 ਅੰਕਾਂ ਦਾ ਜੋ ਪ੍ਰਸ਼ਨ ਹੈ ਉਹ ਸਾਡਾ ਇਸ ਲੈਸਨ 'ਚ ਆਉਂਦਾ ਹੈ। 1 ਨੰਬਰ ਦੇ ਛੋਟੇ ਕੁਐਸਚਨਸ ਮੈਕਸਿਮਮ ਪਾਏ ਜਾਂਦੇ ਨੇ। ਥੋੜਾ ਜਿਹਾ ਲੈਸਨ ਦੇਖਣ ਦੇ ਵਿੱਚ, ਸੁਣਨ 'ਚ ਤੁਹਾਨੂੰ ਔਖਾ ਲੱਗੇਗਾ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਭਾਗ ਨੂੰ ਵੀ ਅਸੀਂ ਥੋੜੀ ਆਸਾਨੀ ਨਾਲ ਕਰ ਸਕੀਏ। ਸੋ ਜੇ ਤੁਹਾਨੂੰ ਮੈਂ ਪਿਛਲਾ ਯਾਦ ਕਰਾਉਣਾ ਚਾਹਾਂ ਤਾਂ ਤੁਹਾਨੂੰ ਪਤਾ ਹੋਏਗਾ ਬੇਟੇ, ਇਸ ਤੋਂ ਪਹਿਲਾਂ ਜਦੋਂ ਅਸੀਂ ਰਾਜਨੀਤਿਕ ਪ੍ਰਣਾਲੀ ਕੀਤੀ ਸੀ ਤਾਂ ਸ਼ਾਇਦ ਮੈਂ ਹੀ ਤੁਹਾਨੂੰ ਦੱਸਿਆ ਸੀ ਕਿ ਰਾਜਨੀਤਿਕ ਪ੍ਰਣਾਲੀ ਸ਼ਬਦ ਦੀ ਸ਼ੁਰੂਆਤ 1953 ਦੇ ਵਿੱਚ ਵਿਦਵਾਨ ਡੇਵਿਡ ਈਸਟਨ ਨੇ ਆਪਣੀ ਪੁਸਤਕ ਦਾ ਪੋਲੀਟੀਕਲ ਸਿਸਟਮ ਦੇ ਅਧੀਨ ਕੀਤੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਉਸ ਤੋਂ ਇਲਾਵਾ 1908 ਦੇ ਵਿੱਚ ਆਥਰ ਬੈਂਟਲੇ ਅਤੇ ਗ੍ਰਾਮ ਵਾਲਸ, ਇਹ ਦੋ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਰਾਜਨੀਤਿਕ ਪ੍ਰਣਾਲੀ ਦੇ ਅਧੀਨ ਹੀ ਹਿਊਮਨ ਨੇਚਰ ਇਨ ਪੋਲਿਟਿਕਸ, ਇਹ ਇੱਕ ਕਿਤਾਬ ਲਿਖੀ ਗ੍ਰਾਮ ਵਾਲਸ ਜੀ ਨੇ, ਜਿਨ੍ਹਾਂ ਤੋਂ ਲਿਖਣ ਦਾ ਉਹਨਾਂ ਦਾ ਉਦੇਸ਼ ਸੀ ਕਿ ਰਾਜਨੀਤੀ ਕੀ ਹੈ, ਰਾਜਨੀਤੀ ਵਿੱਚ ਅਸੀਂ ਕਿਸ ਚੀਜ਼ ਦੀ ਪੜਤਾਲ ਕਰਦੇ ਹਾਂ, ਅਸੀਂ ਹਿਊਮਨ ਨੇਚਰ ਦੀ ਪੜਤਾਲ ਕਰਦੇ ਹਾਂ। ਹਿਊਮਨ ਨੇਚਰ ਤੋਂ ਭਾਵ ਮਨੁੱਖੀ ਜ਼ਿੰਦਗੀ ਦਾ ਉਹ ਵਤੀਰਾ, ਮਨੁੱਖ ਦਾ ਉਹ ਵਿਵਹਾਰ ਜੋ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਸਾਡੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੋ ਬਹੁਤ ਇੰਪੋਰਟੈਂਟ ਕਿਤਾਬ ਸੀ। ਉਸ ਤੋਂ ਬਾਅਦ ਸਾਡੇ ਅਸੀਂ ਕਹਿ ਸਕਦੇ ਹਾਂ ਕਿ ਆਥਰ ਬੈਂਟਲੇ ਜੀ ਨੇ ਜਿਹਦਾ ਪ੍ਰੋਸੈਸ ਆਫ ਗਵਰਨਮੈਂਟ, ਇੱਕ ਬਹੁਤ ਸੋਹਣੀ ਉਹਨਾਂ ਨੇ ਵੀ ਕਿਤਾਬ ਲਿਖੀ। ਸੋ ਇਹ 3 ਬੁੱਕਸ, ਖਾਸ ਤੌਰ ਤੇ ਡੇਵਿਡ ਈਸਟਨ ਜੀ ਦੀ ਜੋ ਪੁਸਤਕ ਅਸੀਂ ਮੰਨੀ ਜਾਂਦੀ ਹੈ, ਇਹ ਬੇਟੇ ਸਾਡੇ ਰਾਜਨੀਤਿਕ ਪ੍ਰਣਾਲੀ ਦੇ ਅਧੀਨ ਬਹੁਤ ਜ਼ਿਆਦਾ ਯੋਗਦਾਨ ਪਾਉਂਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਏਗਾ ਕਿ ਰਾਜਨੀਤਿਕ ਪ੍ਰਣਾਲੀ ਉਹ ਪ੍ਰਣਾਲੀ ਹੁੰਦੀ ਹੈ ਜਿਸ ਕੋਲ ਉਚਿਤ ਕਾਨੂੰਨੀ ਸਰੀਰਕ ਜ਼ਬਰ ਸ਼ਕਤੀ ਦਾ ਅਧਿਕਾਰ ਹੈ, ਜਿਸ ਦੇ ਨਿਰਣੇ ਸੱਤਾਵਾਦੀ ਹੁੰਦੇ ਹਨ, ਜਿਸ ਦੇ ਨਿਰਣਿਆਂ ਦੀ ਸਭ ਨੂੰ ਪਾਲਣਾ ਕਰਨੀ ਪੈਂਦੀ ਹੈ ਅਤੇ ਜੇਕਰ ਕੋਈ ਪਾਲਣਾ ਨਹੀਂ ਕਰਦਾ ਤਾਂ ਪ੍ਰਣਾਲੀ ਉਸ ਨੂੰ ਦੰਡ ਦੇ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਰਾਜਨੀਤਿਕ ਪ੍ਰਣਾਲੀ ਦੇ ਬੇਟੇ ਕੰਮ ਵੀ ਕੀਤੇ ਸੀਗੇ, ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਵੀ ਕੀਤੀਆਂ ਸੀ। ਅੱਜ ਅਸੀਂ ਹੁਣ ਇਸ ਦਾ ਦੂਸਰਾ ਭਾਗ ਕਰਾਂਗੇ, ਰਾਜਨੀਤਿਕ ਪ੍ਰਣਾਲੀ ਦੀ ਸੰਰਚਨਾ ਦੇ ਤੌਰ ਤੇ ਬੱਚੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਰਾਜਨੀਤਿਕ ਪ੍ਰਣਾਲੀ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਕਾਰਜ ਕਰਦੀ ਹੈ। ਪ੍ਰਣਾਲੀ ਉਹੀ ਹੈ, ਸਰਕਾਰ ਉਹੀ ਹੈ, ਢਾਂਚਾ ਉਹੀ ਹੈ ਜੋ ਲੋਕਾਂ ਦੀਆਂ ਵੱਧ ਤੋਂ ਵੱਧ ਮੰਗਾਂ ਨੂੰ ਕੀ ਕਰਦਾ ਹੈ ਬੱਚੇ, ਪੂਰਾ ਕਰਦਾ ਹੈ। ਅਤੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਕਾਰਜ ਇਹ ਰਾਜਨੀਤਿਕ ਪ੍ਰਣਾਲੀ ਕਿਵੇਂ ਕਰਦੀ ਹੈ ਬੱਚੇ, ਇਹ ਆਪਣੀਆਂ ਸੰਰਚਨਾਵਾਂ ਦੇ ਨਾਲ ਕਰਦੀ ਹੈ। ਸੰਰਚਨਾਵਾਂ ਸ਼ਬਦ ਇਸ ਨੂੰ ਔਖਾ ਨਹੀਂ ਲੱਗਣਾ ਚਾਹੀਦਾ ਤੁਹਾਨੂੰ। ਸੰਰਚਨਾਵਾਂ, ਢਾਂਚਾ, ਸਟਰਕਚਰਸ। ਸੰਰਚਨਾ ਕੀ ਹੁੰਦੀ ਹੈ? ਜੇ ਆਪਾਂ ਸੰਰਚਨਾ ਦੀ ਗੱਲ ਕਰੀਏ, ਸੰਰਚਨਾ, ਢਾਂਚਾ, ਉਹ ਪ੍ਰਕਿਰਿਆ, ਉਹ ਸਾਧਨ ਜੋ ਪ੍ਰਣਾਲੀ ਦਾ ਕੰਮ ਕਰਦੇ ਹਨ, ਜੋ ਪ੍ਰਣਾਲੀ ਦੇ ਕੰਮ ਕਰਨ ਵਿੱਚ ਉਸ ਦੀ ਮਦਦ ਕਰਦੇ ਹਨ, ਉਸ ਨੂੰ ਸੰਰਚਨਾ ਕਿਹਾ ਜਾਂਦਾ ਹੈ। ਜੇ ਆਪਾਂ ਪੁਰਾਣੇ ਟਾਈਮ ਦੀ, ਤੁਹਾਨੂੰ 10+1 ਯਾਦ ਹੋਵੇ, ਤੁਹਾਨੂੰ ਯਾਦ ਹੋਏਗਾ ਕਿ ਅਸੀਂ ਪੜ੍ਹਿਆ ਸੀ ਰਾਜ ਦੇ 4 ਅੰਗ ਹੁੰਦੇ ਹਨ। ਠੀਕ ਹੈ, ਰਾਜ ਦੇ ਅੰਗਾਂ ਦੇ ਵਿੱਚੋਂ ਸਰਕਾਰ ਵੀ ਰਾਜ ਦਾ ਅੰਗ ਹੈ ਅਤੇ ਸਰਕਾਰ ਦਾ ਬੇਟੇ ਮੁੱਖ ਕੰਮ ਕੀ ਸੀ? ਰਾਜ ਦੀ ਇੱਛਾ ਦਾ ਪ੍ਰਗਟਾਵਾ ਕਰਨਾ। ਭਾਵ ਰਾਜ ਕੀ ਚਾਹੁੰਦਾ ਹੈ, ਰਾਜ ਕੀ ਉਦੇਸ਼ ਹਨ, ਰਾਜ ਕਿਵੇਂ ਆਪਣੇ ਕੰਮ ਕਰੇਗਾ, ਉਹ ਕਿਸਨੇ ਡਿਸਾਈਡ ਕਰਨਾ ਹੈ? ਉਹ ਸਰਕਾਰ ਨੇ ਡਿਸਾਈਡ ਕਰਨਾ ਹੁੰਦਾ ਹੈ। ਸਰਕਾਰ ਇੱਕ ਅਜਿਹੀ ਏਜੰਸੀ ਹੈ ਜਿਸ ਦੇ ਰਾਹੀਂ ਰਾਜ ਆਪਣੇ ਹਿੱਤਾਂ ਦੀ ਪੂਰਤੀ ਕਰਦਾ ਹੈ, ਆਪਣੇ ਉਦੇਸ਼ਾਂ ਦੀ ਪੂਰਤੀ ਕਰਦਾ ਹੈ ਅਤੇ ਆਪਣੇ ਕੰਮ ਕਰਦਾ ਹੈ। ਜਦੋਂ ਅਸੀਂ ਪੁਰਾਣੇ ਸਮੇਂ ਵਿੱਚ ਸਰਕਾਰ ਦੀ ਗੱਲ ਕਰਦੇ ਸੀ ਤਾਂ ਅੱਜ ਦੇ ਸਮੇਂ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਦੇ ਅਧੀਨ ਅਸੀਂ ਸਰਕਾਰ ਦੀ ਜਗ੍ਹਾ ਦੇ ਉੱਤੇ ਜਦੋਂ ਅਸੀਂ ਰਾਜਨੀਤਿਕ ਪ੍ਰਣਾਲੀ ਲਈ ਹੈ ਤਾਂ ਅਸੀਂ ਸੰਰਚਨਾ ਦਾ ਸ਼ਬਦ ਦੀ ਵਰਤੋਂ ਕਰਦੇ ਹਾਂ। ਸੋ ਤੁਸੀਂ ਯਾਦ ਰੱਖਣਾ ਹੈ ਕਿ ਹਰੇਕ ਰਾਜਨੀਤਿਕ ਪ੍ਰਣਾਲੀ ਵਿੱਚ ਸੰਰਚਨਾਵਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੰਰਚਨਾ ਭਾਵ ਢਾਂਚਿਆਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਲੋਕਾਂ ਦੀਆਂ ਮੰਗਾਂ
ਲੋਕੀ ਪ੍ਰਣਾਲੀ ਤੋਂ ਮੰਗਾਂ ਕਰਦੇ ਹਨ, ਉਹ ਮੰਗਾਂ ਸੰਤੁਸ਼ਟ ਹੋ ਵੀ ਸਕਦੀਆਂ ਹਨ ਬੇਟੇ, ਅਤੇ ਲੋਕ ਉਸ ਮੰਗਾਂ ਤੋਂ ਅਸੰਤੁਸ਼ਟ ਰਹਿ ਵੀ ਸਕਦੇ ਹਨ। ਹੋ ਸਕਦਾ ਹੈ ਤੁਸੀਂ ਪ੍ਰਣਾਲੀ ਕੋਲੋਂ ਕੋਈ ਮੰਗ ਕੀਤੀ ਹੈ, ਪ੍ਰਣਾਲੀ ਨੇ ਮੰਗ ਪੂਰੀ ਵੀ ਕਰ ਦਿੱਤੀ, ਪਰ ਹੋ ਸਕਦਾ ਹੈ ਤੁਸੀਂ ਉਸ ਮੰਗ ਤੋਂ ਸੰਤੁਸ਼ਟ ਹੀ ਨਹੀਂ ਹੋਏ। ਸੋ ਮੰਗਾਂ ਤੋਂ ਆਪਾਂ ਸੰਤੁਸ਼ਟ ਹੋ ਵੀ ਸਕਦੇ ਹਾਂ ਅਤੇ ਅਸੰਤੁਸ਼ਟ ਵੀ ਰਹਿ ਸਕਦੇ ਹਾਂ। ਜੇ ਮੰਨ ਲਓ ਪ੍ਰਣਾਲੀ ਨੇ ਕੋਈ ਤੁਸੀਂ ਮੰਗ ਕੀਤੀ, ਪ੍ਰਣਾਲੀ ਨੇ ਪੂਰੀ ਕਰਤੀ, ਕਿਆ ਗੱਲ ਖਤਮ ਹੋ ਜਾਏਗੀ? ਕਦੇ ਖਤਮ ਨਹੀਂ ਹੋਏਗੀ ਬੇਟੇ। ਫਿਰ ਤੁਹਾਨੂੰ ਇੱਕ ਤੁਸੀਂ ਨਵੀਂ ਮੰਗ ਪ੍ਰਣਾਲੀ ਅੱਗੇ ਕਰੋਗੇ। ਸੋ ਇਹ ਸਾਰਾ ਢਾਂਚਾ ਪ੍ਰਣਾਲੀ ਤੁਹਾਡੀਆਂ ਮੰਗਾਂ ਨੂੰ ਕਿਵੇਂ ਪੂਰਾ ਕਰਦੀ ਹੈ, ਕਿਹੜੇ ਸਾਧਨਾਂ ਦੇ ਰਾਹੀਂ ਪ੍ਰਣਾਲੀ ਕੰਮ ਕਰਦੀ ਹੈ, ਇਸ ਨੂੰ ਆਪਾਂ ਸੰਰਚਨਾ ਦਾ ਨਾਮ ਕਹਿੰਦੇ ਹਾਂ, ਅਤੇ ਇਸ ਕਿਰਿਆ ਨੂੰ ਆਪਾਂ ਫੀਡਬੈਕ ਲੂਪ ਦਾ ਨਾਮ ਕਹਿੰਦੇ ਹਾਂ। ਬਾਕੀ ਅਸੀਂ ਇਹਨੂੰ ਅੱਗੇ ਡਿਟੇਲ ਦੇ ਵਿੱਚ ਕਰਾਂਗੇ। ਸੋ ਹੁਣ ਅਸੀਂ ਕਰਾਂਗੇ ਰਾਜਨੀਤਿਕ ਪ੍ਰਣਾਲੀ ਦੀ ਸੰਰਚਨਾ ਜਾਂ ਢਾਂਚਾ। ਬਹੁਤ ਸਿੰਪਲ ਲਿਖਿਆ ਗਿਆ ਹੈ। ਇੱਕ ਅੰਕ ਦੇ 3 ਕੁਐਸਚਨ ਇਸ ਪੈਰਾਗ੍ਰਾਫ ਦੇ ਵਿੱਚ ਬਣਦੇ ਹਨ। ਤੁਹਾਨੂੰ ਆਮ ਤੌਰ ਤੇ ਪੇਪਰ 'ਚ ਪ੍ਰਸ਼ਨ ਆ ਜਾਂਦਾ ਹੈ, ਰਾਜਨੀਤਿਕ ਪ੍ਰਣਾਲੀ ਦੀ ਸੰਰਚਨਾ ਤੋਂ ਕੀ ਭਾਵ ਹੈ? ਤਾਂ ਤੁਸੀਂ ਬੱਚੇ ਨੋਟ ਕਰੋ ਕਿ ਸੰਰਚਨਾ ਉਹ ਸਾਧਨ ਜਾਂ ਉਹ ਢਾਂਚੇ ਹਨ ਜਿਨ੍ਹਾਂ ਦੇ ਰਾਹੀਂ ਰਾਜਨੀਤਿਕ ਆਪਣੇ ਕਾਰਜ ਕਰਦੀ ਹੈ। ਆਈ ਰਿਪੀਟ ਕਿ ਸੰਰਚਨਾ ਉਹ ਸਾਧਨ ਹਨ, ਉਹ ਢਾਂਚੇ ਜਿਨ੍ਹਾਂ ਦੇ ਰਾਹੀਂ ਪ੍ਰਣਾਲੀ ਆਪਣੇ ਕਾਰਜ ਕਰਦੀ ਹੈ। ਹਰੇਕ ਪ੍ਰਣਾਲੀ ਦੇ ਵਿੱਚ ਬੇਟੇ ਸੰਰਚਨਾ ਦਾ ਹੋਣਾ ਜ਼ਰੂਰੀ ਹੈ। ਜਿਵੇਂ ਹਰੇਕ ਦੇਸ਼ ਵਿੱਚ ਇੱਕ ਰਾਜਨੀਤਿਕ ਪ੍ਰਣਾਲੀ ਦਾ ਹੋਣਾ ਜ਼ਰੂਰੀ ਹੈ, ਠੀਕ ਇਸੇ ਤਰੀਕੇ ਦੇ ਨਾਲ ਹਰੇਕ ਪ੍ਰਣਾਲੀ ਦੇ ਵਿੱਚ ਇੱਕ ਸੰਰਚਨਾ ਦਾ ਹੋਣਾ ਜ਼ਰੂਰੀ ਹੈ। ਸੰਰਚਨਾ ਕਿਉਂ? ਕਿਉਂਕਿ ਉਸ ਸੰਰਚਨਾ ਰਾਹੀਂ, ਉਹਨਾਂ ਸਾਧਨਾਂ ਰਾਹੀਂ, ਉਹਨਾਂ ਢਾਂਚਿਆਂ ਰਾਹੀਂ ਪ੍ਰਣਾਲੀ ਨੇ ਆਪਣੇ ਸਾਰੇ ਕੰਮ ਕਰਨੇ ਹੁੰਦੇ ਹਨ। ਹੁਣ ਅੱਗੇ ਯਾਦ ਰੱਖਣਾ ਬੇਟੇ, ਫਿਰ ਤੁਹਾਡੇ 1 ਨੰਬਰ ਦੇ 2 ਕੁਐਸਚਨਸ ਬਣਦੇ ਨੇ ਕਿ ਸੰਰਚਨਾ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਸੋ ਤੁਸੀਂ ਯਾਦ ਰੱਖਣਾ ਹੈ ਸੰਰਚਨਾ ਜੋ ਹੈ ਬੇਟੇ 2 ਤਰ੍ਹਾਂ ਦੀ ਹੁੰਦੀ ਹੈ। ਨੰਬਰ 1 ਰਸਮੀ ਸੰਰਚਨਾ, ਨੰਬਰ 2 ਗੈਰ ਰਸਮੀ ਸੰਰਚਨਾ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਫਾਰਮਲ ਸਟਰਕਚਰ ਅਤੇ ਇਨਫਾਰਮਲ ਸਟਰਕਚਰ। ਬਹੁਤ ਇੰਪੋਰਟੈਂਟ ਹੈ, ਡਰਨਾ ਨਹੀਂ ਹੈ ਰਸਮੀ ਸ਼ਬਦ ਤੋਂ। ਰਸਮੀ ਮੈਨੇ ਸਿੱਧੀ ਤੇ ਗੈਰ ਰਸਮੀ ਮੈਨੇ ਅਸਿੱਧੀ। ਉਹ ਸਾਰੇ ਸਾਧਨ ਬੇਟੇ, ਉਹ ਸਾਰੇ ਸਾਧਨ ਜਿਹੜੇ ਕਿ ਪ੍ਰਣਾਲੀ ਦੇ ਸਿੱਧੇ ਤੌਰ ਤੇ ਕੰਮ ਕਰਦੇ ਹਨ, ਡਾਇਰੈਕਟਲੀ ਪ੍ਰਣਾਲੀ ਦੀ ਹੈਲਪ ਕਰਦੇ ਹਨ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਰਸਮੀ ਸੰਰਚਨਾ। ਤੁਹਾਡੇ ਪੇਪਰ 'ਚ ਕੁਐਸਚਨ ਆ ਜਾਏਗਾ ਰਸਮੀ ਸੰਰਚਨਾ ਤੋਂ ਕੀ ਭਾਵ ਹੈ? ਰਸਮੀ ਸੰਰਚਨਾ ਦੇ ਨਾਮ ਦੱਸੋ, ਤਾਂ ਇਹ ਤੁਹਾਡੇ ਕੋਲ ਸਿੱਧਾ ਆਨਸਰ ਹੈ ਕਿ ਉਹ ਸਾਰੇ ਸਾਧਨ ਜੋ ਪ੍ਰਣਾਲੀ ਤੇ ਸਿੱਧੇ ਤੌਰ ਤੇ ਕੰਮ ਕਰਦੇ ਹਨ, ਉਹ ਪ੍ਰਣਾਲੀ ਦੀ ਰਸਮੀ ਸੰਰਚਨਾ ਕਹਾਉਂਦੇ ਹਨ। ਜਿਵੇਂ ਸਾਡੇ ਬੇਟੇ ਯਾਦ ਰੱਖਣਾ ਹੈ, ਵਿਧਾਨ ਪਾਲਿਕਾ ਪ੍ਰਣਾਲੀ ਦੇ ਲਈ ਕਾਨੂੰਨ ਬਣਾਉਂਦੀ ਹੈ, ਕਾਰਜਪਾਲਿਕਾ ਲਾਗੂ ਕਰਦੀ ਹੈ, ਨਿਆਂਪਾਲਿਕਾ ਉਸ ਦੇ ਸੰਬੰਧੀ ਵਿਆਖਿਆ ਤੇ ਰੱਖਿਆ ਦਾ ਕੰਮ ਕਰਦੀ ਹੈ। ਸੋ ਇਹ ਆ ਗਈ ਸਾਡੀ ਰਸਮੀ ਸੰਰਚਨਾ। ਦੂਸਰਾ ਬੇਟੇ ਸਾਡੇ ਕੋਲ ਆ ਗਈ ਗੈਰ ਰਸਮੀ ਸੰਰਚਨਾ। ਗੈਰ ਰਸਮੀ ਭਾਵ ਅਸਿੱਧੇ, ਡਰਨ ਦੀ ਲੋੜ ਨਹੀਂ, ਮੈਂ ਬਾਰ-ਬਾਰ ਕਹਿ ਰਹੀ ਹਾਂ, ਅਸਿੱਧੇ ਸਾਧਨ, ਅਜਿਹੇ ਸਾਧਨ ਜੋ ਅਸਿੱਧੇ ਤੌਰ ਤੇ, ਇਨਡਾਇਰੈਕਟ ਤੌਰ ਤੇ ਰਾਜਨੀਤਿਕ ਪ੍ਰਣਾਲੀ ਦਾ ਕੰਮ ਕਰਨ ਲਈ ਜ਼ਿੰਮੇਵਾਰ ਹਨ। ਕੰਮ ਤਾਂ ਉਹ ਕਰਦੇ ਹਨ ਪਰ ਸਿੱਧੇ ਤੌਰ ਤੇ ਨਹੀਂ ਕਰਦੇ, ਅਸਿੱਧੇ ਤੌਰ ਤੇ ਕਰਦੇ ਹਨ। ਜਿਵੇਂ ਰਾਜਨੀਤਿਕ ਦਲ ਬੇਟੇ, ਰਾਜਨੀਤਿਕ ਦਲ ਬੜਾ ਕੰਮ ਕਰਦੇ ਨੇ ਪ੍ਰਣਾਲੀ ਦਾ। ਚੋਣਾਂ ਲੜਨੀਆਂ, ਚੋਣਾਂ ਜਿੱਤਣੀਆਂ, ਸਰਕਾਰ ਬਣਾਉਣੀ, ਸਰਕਾਰ ਦੀ ਆਲੋਚਨਾ ਕਰਨੀ, ਵਿਰੋਧੀ ਦਲ ਦੇ ਰੂਪ ਵਿੱਚ ਕੰਮ ਕਰਨਾ, ਕਈ ਤਰ੍ਹਾਂ ਦੇ ਕਾਨੂੰਨ ਬਣਾਉਣ ਵਿੱਚ ਸਹਾਇਕ ਹੋਣਾ, ਇਹ ਸਾਰੇ ਕੰਮ ਵਿਰੋਧੀ ਪਾਰਟੀਆਂ ਅਤੇ ਸ਼ਾਸਕ ਪਾਰਟੀਆਂ ਰਲ ਕੇ ਕਰਦੀਆਂ ਹਨ। ਇਸੇ ਤਰੀਕੇ ਦੇ ਨਾਲ ਸਾਡੇ ਹਿੱਤ ਤੇ ਦਬਾਅ ਸਮੂਹ, ਸਾਡੇ ਕਿਸਾਨ ਯੂਨੀਅਨ, ਸਾਡੇ ਵਿਦਿਆਰਥੀ ਯੂਨੀਅਨ, ਸਾਡੀ ਇਸਤਰੀ ਸਭਾ, ਸਾਡੇ ਵਪਾਰੀ, ਸਾਡੇ ਕਿਸਾਨ, ਇਹ ਸਾਰੇ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਣਾਲੀ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਸਾਡੇ ਜਾਤੀ ਦੇ ਸਮੂਹ, ਸਾਡੇ ਵਪਾਰਕ ਸੰਘ, ਸਾਡੇ ਸੰਚਾਰ ਦੇ ਸਾਧਨ, ਸਾਡੇ ਰੇਡੀਓ, ਅਖਬਾਰਾਂ, ਟੈਲੀਵਿਜ਼ਨ, ਇਹ ਸਾਰੇ ਜਿਹੜੇ ਹਨ, ਅਤੇ ਰਿਸ਼ਤੇਦਾਰੀ ਦੇ ਸੰਬੰਧ। ਆਲਮੰਡ ਦੀ ਪਰਿਭਾਸ਼ਾ ਅਸੀਂ ਕੀਤੀ ਸੀ, ਰਿਸ਼ਤੇਦਾਰੀ ਦੇ ਸੰਬੰਧ ਉਹ ਸੰਬੰਧ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਹਨ। ਇਹ ਸਾਰੇ ਹੀ ਜਦੋਂ ਰਾਜਨੀਤਿਕ ਪ੍ਰਣਾਲੀ ਦੀ ਮਦਦ ਕਰਦੇ ਹਨ ਉਸ ਦਾ ਕੰਮ ਕਰਨ ਦੇ ਵਿੱਚ, ਤਾਂ ਉਸ ਨੂੰ ਆਪਾਂ ਗੈਰ ਰਸਮੀ ਸੰਰਚਨਾ ਕਹਿੰਦੇ ਹਾਂ। ਸੋ ਤੁਸੀਂ, ਮੈਂ ਸਲਾਈਡ ਤੇ ਦੇਖ ਰਹੀ ਹਾਂ, ਆਈ ਥਿੰਕ ਮੇਰੇ ਸਾਹਮਣੇ ਕੋਈ ਸਕੂਲ ਜ਼ਰੂਰ ਖੁੱਲਿਆ ਹੋਇਆ ਹੈ। ਬਹੁਤ ਅੱਛੀ ਗੱਲ ਹੈ ਬੇਟੇ, ਤੁਸੀਂ ਨੋਟ ਕਰ ਰਹੇ ਹੋ, ਬਹੁਤ ਗੁੱਡ ਗੱਲ ਹੈ ਕਿ ਰਸਮੀ ਸੰਰਚਨਾ ਸਿੱਧੇ ਤੌਰ ਤੇ ਉੱਤੇ ਜੋ ਪ੍ਰਣਾਲੀ ਦਾ ਕੰਮ ਕਰਦੇ ਹਨ ਢਾਂਚੇ, ਅਤੇ ਗੈਰ ਰਸਮੀ ਸੰਰਚਨਾ ਜੋ ਪ੍ਰਣਾਲੀ ਦਾ ਕੰਮ ਅਸਿੱਧੇ ਤੌਰ ਤੇ ਕਰਦੇ ਹਨ, ਪਰ ਇਹ ਦੋਨੋਂ ਪ੍ਰਣਾਲੀ ਦਾ ਕੰਮ ਕਰਦੇ ਜ਼ਰੂਰ ਹਨ। ਸੋ ਸੰਰਚਨਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਉਹ ਸਭ ਢਾਂਚੇ, ਉਹ ਸਭ ਤਰੀਕੇ, ਉਹ ਸਭ ਸਾਧਨ ਜੋ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਕਰਨ ਵਿੱਚ ਉਸ ਦੀ ਮਦਦ ਕਰਦੇ ਹਨ, ਉਹ ਰਾਜਨੀਤਿਕ ਸੰਰਚਨਾ ਕਹਾਉਂਦੀ ਹੈ। ਇਸ ਤੋਂ ਨੈਕਸਟ ਹੁਣ ਬੇਟੇ ਅਸੀਂ ਇੱਕ ਬਹੁਤ ਤੁਹਾਡਾ 3 ਅੰਕ ਦਾ ਜਾਂ 4 ਅੰਕ ਦਾ ਵੈਰੀ ਇੰਪੋਰਟੈਂਟ ਕੁਐਸਚਨ
कि डेविड ईस्टन दे राਹੀਂ राजनीतिक संरचना के किहड़े प्रमुख अंग हैं। वेरी 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 इंपॉर्टेंट क्वेश्चन कि डेविड ईस्टन जिसनों कि राजनीतिक प्रणाली का जन्मदाता मन्निया जाता है, उन्होंने बहुत सोहने शब्दों च कहा है कि राजनीतिक संरचना के 3 अंग जरूर होंदे हन। नंबर 1 राजनीतिक समुदाय, अखर नूं देख के डरन की लोड़ नहीं। राजनीतिक समुदाय भाव जनता, लोग। देखो बेटे, जे जनता ही नहीं होएगी, लोग ही नहीं होएगी, देश विच जनसंख्या ही नहीं होएगी तो राज भी नहीं हो सकता ते प्रणाली भी अपना काम नहीं कर सकती। दूसरा शासन, शासन मैंने ਉਹ शासन जो लोग शासन करके लोगों ਦੀਆਂ ਕੰਮਾਂ ਨੂੰ ਨਿਸ਼ਚਿਤ ਕਰਦੇ ਹਨ, ਭਾਵ जो ਸਾਡੇ ਤੇ शासन करते हैं। शासन वर्ग भाव साडा सरकारी वर्ग। तीसरा उसने अंग दस्या है अधिकारी वर्ग। अधिकारी मैंने ऐसे अधिकारी, ऐसे उच्च अधिकारी, ऐसे कर्मचारी जिन्हां दी मदद दे नाल सारा शासन चलता है, उन्होंने आपां उच्च अधिकारी वर्ग भी कहने हाँ, नौकरशाही भी कहने हाँ। बहुत मैं इन्हूं एक्सप्लेन करती हाँ। डेविड ईस्टन ने बहुत सोहनी गल कही है। डेविड ईस्टन कहते कि प्रणाली के कामों नूं करन लई 3 चीज़ों का होना जरूरी है। नंबर 1 जे प्रणाली के काम करने हैं, देखो इहदे विच बेटे जो शासन है अते अधिकारी वर्ग है, ये बच्चे की हन रस्मी साधन। नोट करो, क्योंकि ये सीधे तौर पर शासन करने वाले हुण असी रीसेंटली भारत दे विच 16वीं लोक सभा तो बाद असी श्री नरेंद्र कुमार मोदी जी की असी सरकार चुनी है। शासन करन दे लई बीजेपी का एक ढांचा असी चुनिया है, अपने अगे असी लैके आए हैं। ये ना होणगे तां साडे देश विच शासन कौन चलाएगा? सो ये साडा एक भाग ने, एक रस्मी संरचना है जो साडी प्रणाली के कामां नूं करेगी। इन्हां दी हैल्प दे लई तुसी देखो IAS ऑफिसर्स ने, साडे कोल सैकटरी ने, साडे कोल DC ने, साडे कोल होर वर्ग है, सारे उच्च अधिकारी तुहाडे स्कूलों विच बैठे हुए, प्रिंसीपल जिलिਆਂ विच बैठे हुए, DOs, साडे प्रिंसीपल सैकटरी, साडे एजुकेशन सैकटरी, साडे होर सारे अधिकारी। इन्हां दा काम की है? जो सरकार दे सरकार वल्लों जो नियम बनाए गए हैं उन्हां नूं लागू करना। सो बच्चे ये दो जिहड़े हन ये साडे रस्मी साधन हन, ते जिहड़ी राजनीतिक समुदाय जनता हैगी है ये एक तरह की गैर रस्मी साधन है। पर जे जनता नहीं होएगी, लोग नहीं होएगे तो डेविड ईस्टन कहता है कदे भी प्रणाली अपना कार्य नहीं कर सकती। क्यों नहीं कर सकती? क्योंकि जे लोग नहीं होणगे तो मंगा कौन रखेगा? लोग नहीं होणगे तो सरकारां नूं पुछेगा कौन, चुनेगा कौन, किहदे ते कानून लागू करनगियां? सो राजनीतिक समुदाय का होना बहुत ज़्यादा जरूरी है। सो आई अगेन टेल यू कि दिस इज़ वेरी इंपॉर्टेंट क्वेश्चन। डेविड ईस्टन अनुसार राजनीतिक संरचना के अंगां का वर्णन करो। इस तो अगे बेटे आप करांगे डेविड ईस्टन दा मॉडल ऑफ पॉलिटिकल सिस्टम। इट इज़ अगेन 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 वेरी इंपॉर्टेंट। डेविड ईस्टन ने की कहा है कि राजनीतिक प्रणाली का मुख्य काम की है? निवेशां नूं निकासां विच बदलना, भाव टू चेंज इनपुट इनटू आउटपुट्स। देखो 1 नंबर का प्रश्न कोई भी तुहानूं पा दे कि राजनीतिक प्रणाली का मुख्य काम की है, तो तुसी 1 नंबर च जवाब देना है राजनीतिक प्रणाली का मुख्य काम निवेशां नूं निकासां विच बदलना है, भाव लोकां वल्लों कीतियां होईयां मंगां नूं प्रणाली वल्लों निर्णयां विच बदलना ही प्रणाली का मुख्य काम है। सो इत्थे असी 2 भाग हो गए साडे, एक इनपुट निवेश, एक आउटपुट निर्णय। वेरी इंपॉर्टेंट, बहुत सौखा, 1 लाइन च लिखा हुआ है। निवेश इनपुट का मतलब है मंगा जो लोग प्रणाली तो मंगते हैं। कोई भी मंग जिहड़ी असी प्रणाली तो करते हैं दैट इज़ कॉल्ड इनपुट। ते साडी मंग संबंधी प्रणाली जो निर्णय लैंदी है, जो नीतियां बनाउंदी है, जो कानून बनाउंदी है, जो लागू करन दा काम करती है दैट इज़ कॉल्ड आउटपुट। बार बार याद रखो, इनपुट मतलब मंगा, आउटपुट मतलब निर्णय। सो डेविड ईस्टन कहता है कि ये 2 चीज़ों का होना बहुत ज़्यादा जरूरी है। अगे हुण मैं तुहानूं बेटे दसांगी वट आर इनपुट्स, मंगा की हन। बहुत सोहनी गल है कि आप मंगा तो कह दित्तियां कि मंगा होनियां बहुत जरूरी हैं, पर मंगा है कि? डेविड ईस्टन ने बहुत सोहनी तुलना दी है कि मंगा निवेश इनू एक कच्चे माल की तरह हैं जो उत्पादन करने लई जरूरी हैं। मन लो तुसी मंगा रखनियां हैं, तुसी आपां ने चीनी की फैक्टरी लाउणी है तो गन्ना की है साडे लई कच्चा माल है
ਜੇ ਅਸੀਂ ਕੱਪੜੇ ਦੀ ਫੈਕਟਰੀ ਲਾਉਣੀ ਹੈ, ਕਪਾਹ ਸਾਡੇ ਲਈ ਕੱਚਾ ਮਾਲ ਹੈ। ਜੇ ਅਸੀਂ ਆਇਰਨ ਐਂਡ ਸਟੀਲ ਦੀ ਫੈਕਟਰੀ ਲਾਉਣੀ ਹੈ, ਕੱਚਾ ਲੋਹਾ ਸਾਡੇ ਲਈ ਕੱਚਾ ਮਾਲ ਹੈ। ਜਿਵੇਂ ਇੱਕ ਕੱਚੇ ਮਾਲ ਤੋਂ ਬਿਨਾਂ ਉਤਪਾਦਨ ਸ਼ੁਰੂ ਨਹੀਂ ਕੀਤਾ ਜਾ ਸਕਦਾ, ਯਾਦ ਰੱਖਣਾ ਹੈ ਬੱਚੇ, ਉਸੇ ਤਰੀਕੇ ਦੇ ਨਾਲ ਅਸੀਂ ਜੇ ਮੰਗਾ ਨਹੀਂ ਕਰਾਂਗੇ ਤਾਂ ਸਾਡੀ ਪ੍ਰਣਾਲੀ ਦਾ ਕੰਮ ਸ਼ੁਰੂ ਨਹੀਂ ਹੋਏਗਾ। ਸੋ ਮੰਗਾ ਮੀਨਸ ਇਨਪੁਟਸ, ਮਤਲਬ ਐਸੇ ਸਾਡੇ ਮੰਗਾ, ਐਸੀ ਸਾਡੀਆਂ ਲੋੜਾਂ ਜਿਹੜੀਆਂ ਕਿ ਇੱਕ ਕੱਚੇ ਮਾਲ ਦੇ ਤੌਰ ਦੇ ਉੱਤੇ ਪ੍ਰਣਾਲੀ ਨੂੰ ਕੰਮ ਕਰਨ ਲਈ ਲਗਾਉਂਦੀਆਂ ਹਨ। ਮੈਂ ਆਮ ਤੌਰ ਤੇ ਐਗਜ਼ਾਮਪਲਸ ਦਿੰਦੀ ਹਾਂ ਕਲਾਸ 'ਚ ਵੀ ਕਿ ਜਦੋਂ ਤੱਕ ਬੰਦਾ ਮਰਦਾ ਨਹੀਂ, ਬੰਦੇ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਅੱਜ ਸਾਡੀ ਮੰਗ ਹੋਰ ਹੈ, ਕੱਲ ਹੋਰ ਹੋਏਗੀ, ਪਰਸੋਂ ਹੋਰ ਹੋਏਗੀ। ਤੁਸੀਂ ਪ੍ਰਣਾਲੀ ਅੱਗੇ ਦੇਖੋ, ਕੋਈ ਕਹਿੰਦਾ ਹੈ ਸਾਡੇ ਲਈ ਸਕੂਲ ਬਣਾਓ, ਕੋਈ ਕਹਿੰਦਾ ਹੈ ਭ੍ਰਸ਼ਟਾਚਾਰ ਦੂਰ ਕਰੋ, ਕੋਈ ਕਹਿੰਦਾ ਹੈ ਪੁਲਾਂ ਦਾ ਨਿਰਮਾਣ ਕਰੋ, ਕੋਈ ਕਹਿੰਦਾ ਹੈ ਸਿੱਖਿਆ ਵਿੱਚ ਸੁਧਾਰ ਕਰੋ। ਇੱਕ ਮੰਗ ਪੂਰੀ ਹੁੰਦੀ ਹੈ, ਪ੍ਰਣਾਲੀ ਉਸ ਸੰਬੰਧੀ ਕਾਰਜ ਕਰਦੀ ਹੈ, ਉਦੋਂ ਹੀ ਸਾਡੀ ਦੂਸਰੀ ਮੰਗ ਸ਼ੁਰੂ ਹੋ ਜਾਂਦੀ ਹੈ। ਇਹ ਮਨੁੱਖ ਹੈ ਬੇਟੇ, ਕਿਉਂਕਿ ਇਹ ਮਨੁੱਖਾਂ ਦਾ ਸੰਬੰਧਿਤ ਵਿਗਿਆਨ ਹੈ। ਜਦੋਂ ਤੱਕ ਅਸੀਂ ਜਿਉਂਦੇ ਰਹਿਣਾ ਹੈ, ਸਾਡੀਆਂ ਮੰਗਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਹਨ। ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਮੰਗਾਂ ਕਿਵੇਂ ਦੀਆਂ ਮੰਗਾਂ ਕਰਦੇ ਹਾਂ, ਪ੍ਰਣਾਲੀ ਤੋਂ ਅਸੀਂ ਕਿਸ ਤਰ੍ਹਾਂ ਦੀ ਮੰਗਾਂ ਕਰ ਸਕਦੇ ਹਾਂ। ਨੰਬਰ 1, ਅਸੀਂ ਪ੍ਰਣਾਲੀ ਤੋਂ ਵਸਤੂਆਂ ਮੰਗ ਸਕਦੇ ਹਾਂ ਜਾਂ ਸੇਵਾਵਾਂ ਮੰਗ ਸਕਦੇ ਹਾਂ। ਠੀਕ ਹੈ, ਸੇਵਾਵਾਂ ਦੇ ਵਿੱਚ ਸਾਰੀਆਂ ਆ ਗਈਆਂ ਬੇਟੇ। ਅਸੀਂ ਡਾਕਟਰੀ ਸਹੂਲਤਾਂ ਮੰਗ ਸਕਦੇ ਹਾਂ, ਅਸੀਂ ਸਿੱਖਿਆ ਸੇਵਾਵਾਂ ਮੰਗ ਸਕਦੇ ਹਾਂ, ਅਸੀਂ ਕਈ ਤਰੀਕੇ ਦੇ ਨਾਲ ਕਾਨੂੰਨੀ ਸੇਵਾਵਾਂ ਮੰਗ ਸਕਦੇ ਹਾਂ, ਅਸੀਂ ਪੁਲਾਂ ਦੀ ਮੰਗ ਕਰ ਸਕਦੇ ਹਾਂ, ਅਸੀਂ ਸਕੂਲਾਂ ਦੀ ਮੰਗ ਕਰ ਸਕਦੇ ਹਾਂ, ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਵਸਤੂ ਅਤੇ ਸੇਵਾ ਦੀ ਮੰਗ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਵਿਹਾਰ ਨੂੰ ਨਿਯਮਿਤ ਕਰਨ ਦੀਆਂ ਮੰਗਾਂ ਕਰਦੇ ਹਾਂ। ਵਿਹਾਰ ਨੂੰ ਨਿਯਮਿਤ ਕਰਨਾ ਮਤਲਬ ਮੰਡੀ ਵਿਵਸਥਾ ਨੂੰ ਸਰਕਾਰ ਠੀਕ ਕਰੇ, ਭ੍ਰਸ਼ਟਾਚਾਰ ਨੂੰ ਸਰਕਾਰ ਠੀਕ ਕਰੇ, ਵੱਧ ਰਹੇ ਫੈਸ਼ਨ ਨੂੰ ਸਰਕਾਰ ਕੰਟਰੋਲ ਕਰੇ, ਵੱਧ ਰਹੇ ਨਸ਼ਿਆਂ ਉੱਤੇ ਸਰਕਾਰ ਕੰਟਰੋਲ ਕਰੇ, ਵੱਧ ਰਹੇ ਭ੍ਰਸ਼ਟਾਚਾਰ ਨੂੰ ਸਰਕਾਰ ਕੰਟਰੋਲ ਕਰੇ, ਕੀਮਤਾਂ ਨੂੰ ਕੰਟਰੋਲ ਕਰੇ। ਕਿਸੇ ਵੀ ਤਰ੍ਹਾਂ ਦੀ ਅਸੀਂ ਵਿਹਾਰ ਨੂੰ ਨਿਯਮਿਤ ਕਰਨ ਦੀ ਮੰਗ ਕਰ ਸਕਦੇ ਹਾਂ। ਤੀਸਰੀ ਮੰਗ, ਅਸੀਂ ਰਾਜਨੀਤਿਕ ਪ੍ਰਣਾਲੀ ਵਿੱਚ ਭਾਗ ਲੈਣ ਸੰਬੰਧੀ ਮੰਗ ਕਰ ਸਕਦੇ ਹਾਂ। ਅਸੀਂ ਮੰਗ ਸਕਦੇ ਹਾਂ ਕਿ ਅਸੀਂ ਵੀ ਰਾਜਨੀਤਿਕ ਪ੍ਰਣਾਲੀ ਵਿੱਚ ਭਾਗ ਲੈਣਾ ਹੈ, ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ, ਸਾਨੂੰ ਬੋਲਣ ਦਾ ਅਧਿਕਾਰ ਦਿੱਤਾ ਜਾਵੇ, ਸਾਨੂੰ ਭਾਸ਼ਣ ਦੇਣ ਦਾ ਅਧਿਕਾਰ ਦਿੱਤਾ ਜਾਵੇ, ਪ੍ਰਣਾਲੀ ਤੋਂ ਸਾਨੂੰ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਅਸੀਂ ਮੰਗ ਸਕਦੇ ਹਾਂ। ਸੰਚਾਰ ਅਤੇ ਸੂਚਨਾ ਪ੍ਰਾਪਤ ਕਰਨ ਸੰਬੰਧੀ ਮੰਗਾਂ ਵੈਰੀ ਇੰਪੋਰਟੈਂਟ। ਦੇਖੋ, ਜੋ ਸਾਡੇ ਕੋਲ ਹੈ ਰਾਈਟ ਟੂ ਇਨਫੋਰਮੇਸ਼ਨ, ਸਾਨੂੰ ਇਨਫੋਰਮੇਸ਼ਨ ਦਾ ਰਾਈਟ ਹੋਣਾ ਚਾਹੀਦਾ ਹੈ। ਸਰਕਾਰ ਕੀ ਕਰਦੀ ਹੈ, ਕਿਹੜੇ ਘਪਲੇ ਕਰ ਰਹੀ ਹੈ, ਕਿੱਥੇ ਪੈਸਾ ਲੱਗਿਆ, ਕਿੰਨਾ ਲੱਗਿਆ, ਕਿੰਨਾ ਠੀਕ ਲੱਗਿਆ, ਕਿਹੜਾ ਕੰਮ ਕਿਵੇਂ ਹੋਇਆ, ਭਰਤੀ ਹੋਈ ਕੀ ਠੀਕ ਹੋਈ ਕੀ ਨਹੀਂ ਹੋਈ, ਕਿਹੜਾ ਕੰਮ ਕਿਸ ਤਰ੍ਹਾਂ ਹੋਇਆ। ਵੀ ਹੈਵ ਟੋਟਲ ਰਾਈਟ ਟੂ ਆਸਕ ਫਰੋਮ ਦਾ ਪੋਲੀਟੀਕਲ ਸਿਸਟਮ। ਯਾਦ ਰੱਖਣਾ, ਅਸੀਂ ਪ੍ਰਣਾਲੀ ਤੋਂ ਕਿਸੇ ਵੀ ਤਰ੍ਹਾਂ ਦੀ ਮੰਗ ਕਰ ਸਕਦੇ ਹਾਂ, ਕਿਸੇ ਵਸਤੂ ਦੀ, ਕਿਸੇ ਵਿਹਾਰ ਦੀ, ਕਿਸੇ ਸੰਚਾਰ ਦੀ, ਕਿਸੇ ਸੂਚਨਾ ਦੀ ਅਤੇ ਪ੍ਰਣਾਲੀ ਵਿੱਚ ਭਾਗ ਲੈਣ ਸੰਬੰਧੀ ਮੰਗਾਂ। ਹੁਣੇ ਅਸੀਂ ਇਲੈਕਸ਼ਨ ਹੋ ਕੇ ਹਟੀਆਂ, ਤੁਸੀਂ ਦੇਖੋ, ਅਸੀਂ ਰਾਈਟ ਟੂ ਵੋਟ ਸਾਨੂੰ ਸਭ ਨੂੰ ਮਿਲਿਆ ਹੈ, ਅਸੀਂ ਵੱਧ ਚੜ ਕੇ ਹਿੱਸਾ ਲਿਆ ਹੈ ਤਾਂ ਕਿ ਅਸੀਂ ਆਪਣੀ ਪ੍ਰਣਾਲੀ ਦੇ ਸ਼ਾਸਕ ਵਰਗ ਨੂੰ ਚੁਣ ਸਕੀਏ। ਸੋ ਮੰਗਾਂ ਯਾਦ ਰੱਖਣਾ ਹੈ, ਮੰਗਾਂ ਕੱਚੇ ਮਾਲ ਦੀ ਤਰ੍ਹਾਂ ਹਨ ਅਤੇ ਅਸੀਂ ਪ੍ਰਣਾਲੀ ਦੇ ਅੱਗੇ ਕਿਸੇ ਵੀ ਤਰ੍ਹਾਂ ਦੀ ਮੰਗ ਕਰ ਸਕਦੇ ਹਾਂ। ਇਸ ਤੋਂ ਅਗਲੀ ਗੱਲ, ਅੱਗੇ ਬੇਟੇ ਬਹੁਤ ਸੋਹਣੀ ਚੀਜ਼ ਆ ਗਈ, ਸਮਰਥਨ, ਨਿਵੇਸ਼ ਸਮਰਥਨ। ਡੇਵਿਡ ਈਸਟਨ ਕਹਿੰਦੇ ਨੇ ਕੱਲੀਆਂ ਮੰਗਾਂ ਹੀ ਨਹੀਂ ਕਰੀ ਜਾਣੀਆਂ, ਸਮਰਥਨ ਵੀ ਦੇਣਾ ਪੈਣਾ ਹੈ। ਜੇ ਅਸੀਂ ਚਾਹੁੰਦੇ ਹਾਂ ਸਾਡੀ ਪ੍ਰਣਾਲੀ ਬਹੁਤ ਵਧੀਆ ਤਰ੍ਹਾਂ ਕੰਮ ਕਰੇ ਤਾਂ ਸਾਨੂੰ ਸਾਥ ਵੀ ਤਾਂ ਦੇਣਾ ਪਏਗਾ। ਤੁਸੀਂ ਦੱਸੋ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਅਧਿਆਪਕ ਤੁਹਾਨੂੰ ਬਹੁਤ ਵਧੀਆ ਪੜ੍ਹਾਉਣ, ਤੁਹਾਡੇ ਸਕੂਲ 'ਚ ਡਿਸਿਪਲਿਨ ਰਹੇ, ਤੁਹਾਨੂੰ ਰਾਈਟ ਹੈ ਅੱਛੀ ਐਜੂਕੇਸ਼ਨ ਦਾ, ਬਦਲੇ ਵਿੱਚ ਬੇਟੇ ਤੁਹਾਡੇ ਕੁਝ ਕਰਤੱਵ ਵੀ ਨੇ, ਤੁਹਾਨੂੰ ਵੀ ਤਾਂ ਕਿਤੇ ਸਾਥ ਦੇਣਾ ਪਏਗਾ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਮਾਤਾ-ਪਿਤਾ ਤੁਹਾਨੂੰ ਖਾਣ ਪੀਣ ਲਈ ਦੇਣ, ਤੁਹਾਡੇ ਮਾਤਾ-ਪਿਤਾ ਤੁਹਾਡੀਆਂ ਲੋੜਾਂ ਪੂਰੀਆਂ ਕਰਨ, ਤੁਹਾਡੇ ਮਾਤਾ-ਪਿਤਾ ਤੁਹਾਡੇ ਕੱਪੜੇ, ਖਾਣ ਪੀਣ, ਵਿੱਦਿਆ, ਪੜ੍ਹਾਈ, ਪੈਸੇ ਦਾ ਧਿਆਨ ਰੱਖੇ, ਕੀ ਤੁਹਾਨੂੰ ਸਮਰਥਨ ਨਹੀਂ ਦੇਣਾ ਪਏਗਾ? ਕੀ ਤੁਹਾਡਾ ਫਰਜ਼ ਨਹੀਂ ਬਣਦਾ ਤੁਸੀਂ ਆਪਣੇ ਮਾਤਾ-ਪਿਤਾ ਦਾ ਸਾਥ ਦਿਓ? ਜ਼ਰੂਰੀ ਹੈ ਬੇਟੇ, ਜਦੋਂ ਅਸੀਂ ਪ੍ਰਣਾਲੀ ਤੋਂ ਮੰਗਾਂ ਕਰਦੇ ਹਾਂ ਤਾਂ ਸਾਨੂੰ ਪ੍ਰਣਾਲੀ ਨੂੰ ਸਾਥ ਵੀ ਜ਼ਰੂਰ ਦੇਣਾ ਪੈਂਦਾ ਹੈ। ਮੇਰੀ ਗੱਲ ਯਾਦ ਰੱਖਿਓ, ਮੰਗਾਂ ਦੇ ਨਾਲ ਅਧਿਕਾਰਾਂ ਦੇ ਨਾਲ ਕਰਤੱਵ ਵੀ ਚੱਲਦੇ ਨੇ। ਜੇ ਤੁਸੀਂ ਚਾਹੁੰਦੇ ਹੋ ਸਾਡਾ ਭਾਰਤ ਦਾ ਢਾਂਚਾ ਬਹੁਤ ਵਧੀਆ ਹੋਵੇ, ਸਾਡੀ ਪ੍ਰਣਾਲੀ ਬਹੁਤ ਵਧੀਆ ਕੰਮ ਕਰੇ, ਤਾਂ ਮੇਰੀ ਗੱਲ ਯਾਦ ਰੱਖਣਾ, ਸਾਨੂੰ ਵੀ ਪ੍ਰਣਾਲੀ ਨੂੰ ਸਾਥ ਦੇਣਾ ਪਏਗਾ। ਸੋ ਬਹੁਤ ਵਧੀਆ ਗੱਲ ਹੈ। ਸਮਰਥਨ ਦਾ ਮਤਲਬ ਹੈ ਨਿਵੇਸ਼ ਸਮਰਥਨ, ਭਾਵ ਸਾਥ ਦੇਣਾ। ਇਹ ਬੇਟੇ ਕਹਿੰਦਾ ਇੰਧਨ ਸ਼ਕਤੀਆਂ ਦੇ ਸਮਾਨ ਹਨ, ਇੱਕ ਪਾਵਰ ਦੇ ਸਮਾਨ ਹਨ। ਜਿਸ ਤਰੀਕੇ ਦੇ ਨਾਲ ਕੱਚੇ ਮਾਲ ਤੋਂ ਪੱਕਾ ਮਾਲ ਤਿਆਰ ਕਰਨ ਲਈ ਬਿਜਲੀ ਦੀ, ਚਾਲਕ ਸ਼ਕਤੀਆਂ ਦੀ ਲੋੜ ਹੈ, ਇਸੇ ਤਰ੍ਹਾਂ ਮੰਗਾਂ ਨੂੰ ਨਿਰਣਿਆਂ ਵਿੱਚ ਬਦਲਣ ਲਈ ਤੁਹਾਡੇ ਸਪੋਰਟ ਦੀ, ਤੁਹਾਡੇ ਸਾਥ ਦੇਣ ਦੀ ਬਹੁਤ ਲੋੜ ਹੈ।
ਕਿਵੇਂ ਲੋੜ ਹੈ? ਮੰਨ ਲਓ ਅਸੀਂ ਗੱਡੀ ਲੈ ਲਈ, ਗੱਡੀ ਜ਼ਰੂਰੀ ਹੈ, ਪੈਟਰੋਲ ਉਹਦੇ ਲਈ ਜ਼ਰੂਰੀ ਹੈ, ਪਰ ਸਮੇਂ-ਸਮੇਂ ਤੇ ਜੇ ਅਸੀਂ ਚਾਹੁੰਦੇ ਹਾਂ ਸਾਡੀ ਗੱਡੀ ਵਧੀਆ ਚੱਲੇ ਤਾਂ ਬੇਟੇ ਸਾਨੂੰ ਉਹਦੀ ਸਰਵਿਸਿੰਗ ਵੀ ਕਰਾਉਣੀ ਪਏਗੀ, ਉਹਦੇ ਤੇਲ ਪਾਣੀ ਦਾ ਧਿਆਨ ਵੀ ਰੱਖਣਾ ਪਏਗਾ। ਕਦੇ ਅਸੀਂ ਬੱਚਿਆਂ ਨੂੰ ਅੱਗੇ ਵਧਾਉਣ ਦੇ ਲਈ ਕੀ ਕਰਦੇ ਹਾਂ? ਸਕੂਲਾਂ 'ਚ ਬੱਚਿਆਂ ਨੂੰ ਪ੍ਰਾਈਜ਼ਸ ਦਿੰਦੇ ਆ, ਕਦੇ ਉਹਨਾਂ ਲਈ ਤਾੜੀਆਂ ਵਜਾਉਂਦੇ ਆ, ਕਦੇ ਉਹਨਾਂ ਦੀ ਹੌਸਲਾ ਵਧਾਈ ਵੀ ਕਰਨੀ ਪਏਗੀ। ਸੋ ਸਾਨੂੰ ਵੀ ਬੇਟੇ ਪ੍ਰਣਾਲੀ ਦੀ ਹੌਸਲਾ ਵਧਾਈ ਕਰਨੀ ਪਏਗੀ, ਭਾਵ ਪ੍ਰਣਾਲੀ ਨੂੰ ਸਾਥ ਦੇਣਾ ਪਏਗਾ। ਹੁਣ ਅਸੀਂ ਸਮਰਥਨ ਦੀਆਂ ਕਿਸਮਾਂ ਕਰਾਂਗੇ। ਸਮਰਥਨ ਮੈਨੇ ਸਾਥ ਦੇਣਾ, ਠੀਕ ਹੈ। ਹੁਣ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਸਾਨੂੰ ਪ੍ਰਣਾਲੀ ਨੂੰ ਕੀ ਦੇਣਾ ਪਏਗਾ? ਨਿਵੇਸ਼ਾਂ ਨੂੰ ਸਾਨੂੰ ਸਮਰਥਨ ਦੇਣਾ ਪਏਗਾ। ਹੁਣ ਅਸੀਂ ਸਮਰਥਨ ਦੀਆਂ ਕਿਸਮਾਂ ਕਰਦੇ ਹਾਂ। ਤੁਹਾਡੀ ਬੇਟੇ ਬੁੱਕ ਵਿੱਚ ਬਹੁਤ ਮੁਸ਼ਕਲ ਦਿੱਤੀਆਂ ਹੋਈਆਂ ਨੇ, ਮੈਂ ਬਿਲਕੁਲ ਸੌਖੇ ਇੱਕ ਐਗਜ਼ਾਮਪਲ ਲੈ ਰਹੀ ਹਾਂ ਕਿ ਇੱਕ ਹੁੰਦਾ ਹੈ ਭੌਤਿਕ ਸਮਰਥਨ, ਇੱਕ ਕਾਨੂੰਨੀ ਸਮਰਥਨ, ਇੱਕ ਸਹਿਭਾਗੀ ਸਮਰਥਨ, ਇੱਕ ਸਨਮਾਨ ਸਮਰਥਨ। ਕੀ ਮਤਲਬ? ਜਿਵੇਂ ਅਸੀਂ ਆਮ ਤੌਰ ਤੇ ਸਿੱਖ ਧਰਮ 'ਚ ਕਹਿੰਦੇ ਆ ਕਿ ਸੇਵਾ 3 ਤਰ੍ਹਾਂ ਦੀ ਹੁੰਦੀ ਹੈ, ਜਾਂ ਤਨੋਂ ਕਰ ਲਓ ਬਈ, ਜਾਂ ਮਨੋਂ ਕਰ ਲਓ, ਜਾਂ ਧਨੋਂ ਕਰ ਲਓ। ਜੇ ਅਸੀਂ ਕਹਿੰਦੇ ਆ ਨਾ ਅਸੀਂ ਤਨੋਂ ਸੇਵਾ ਕਰਨੀ, ਨਾ ਅਸੀਂ ਮਨ ਨਾਲ ਪ੍ਰਮਾਤਮਾ ਤੇਰੇ ਨਾਲ ਹੈ, ਨਾ ਅਸੀਂ ਕੋਈ ਦਾਨ ਪੁੰਨ ਕਰਨਾ, ਪਰ ਤੂੰ ਸਾਡੀ ਸਾਰੀਆਂ ਗੱਲਾਂ ਮੰਨ, ਇਹ ਨਹੀਂ ਹੋ ਸਕਦਾ। ਜੇ ਅਸੀਂ ਚਾਹੁੰਦੇ ਹਾਂ ਬੱਚੇ, ਜੇ ਅਸੀਂ ਚਾਹੁੰਦੇ ਹਾਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਸੇਵਾ ਤਾਂ ਕਰਨੀ ਪਏਗੀ। ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਸਕੂਲ ਵਧੀਆ ਹੋਵੇ, ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਦੇਸ਼ ਵਧੀਆ ਹੋਵੇ, ਤਾਂ ਤੁਹਾਨੂੰ ਸਾਥ ਦੇਣਾ ਪਏਗਾ। ਚਾਹੇ ਤੁਸੀਂ ਕਰਾਂ ਦੀ ਅਦਾਇਗੀ ਕਰੋ, ਠੀਕ ਹੈ, ਸਮੇਂ ਸਿਰ ਕਰਾਂ ਦੀ ਅਦਾਇਗੀ ਕਰੋ। ਦੇਸ਼ ਨੂੰ ਲੋੜ ਹੈ ਸੈਨਾ ਵਿੱਚ ਭਰਤੀ ਹੋਵੋ, ਦੇਸ਼ ਨੂੰ ਲੋੜ ਹੈ ਪ੍ਰਣਾਲੀ ਦੇ ਕਾਨੂੰਨਾਂ ਨੂੰ ਮੰਨੋ ਤਾਂ ਸਹੀ। ਜੇ ਅਸੀਂ ਕਹੀਏ ਪ੍ਰਣਾਲੀ ਤੂੰ ਨਿਯਮ ਬਣਾ ਪਰ ਅਸੀਂ ਮੰਨਣੇ ਨਹੀਂ, ਤਾਂ ਇਦਾਂ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਪ੍ਰਣਾਲੀ ਨੂੰ ਸਹਿਯੋਗ ਦਿਓ, ਸਮਰਥਨ ਦਿਓ। ਪਰ ਕਈ ਲੋਕ ਕਹਿ ਦਿੰਦੇ ਨੇ ਅਸੀਂ ਤਾਂ ਵੋਟ ਪਾਣੀ ਨਹੀਂ ਜਾਣੀ, ਸਾਨੂੰ ਕੀ ਸਰਕਾਰ ਜੋ ਮਰਜ਼ੀ ਕਰੇ। ਨਹੀਂ, ਜੇ ਅੱਜ ਤੁਸੀਂ ਪ੍ਰਣਾਲੀ ਨੂੰ ਸਮਰਥਨ ਹੀ ਨਹੀਂ ਦੇ ਰਹੇ ਤਾਂ ਤੁਸੀਂ ਕੱਲ ਨੂੰ ਉਹਦੇ ਤੋਂ ਸਮਰਥਨ ਦੀ ਆਸ ਕਿਵੇਂ ਰੱਖ ਸਕਦੇ ਹੋ? ਚੌਥੀ ਚੀਜ਼ ਆ ਗਈ ਸਨਮਾਨ ਸਮਰਥਨ। ਸਨਮਾਨ ਮੈਨੇ ਮਾਣ ਕਰਨਾ। ਆਪਣੀ ਪ੍ਰਣਾਲੀ ਪ੍ਰਤੀ ਪਿਆਰ ਤਾਂ ਪ੍ਰਗਟਾਓ, ਆਪਣੀ ਪ੍ਰਣਾਲੀ ਪ੍ਰਤੀ ਸ਼ਰਧਾ ਤਾਂ ਪ੍ਰਗਟਾਓ, ਆਪਣੀ ਪ੍ਰਣਾਲੀ ਉੱਤੇ ਮਾਣਤਾ ਕਰੋ, ਆਪਣੇ ਝੰਡੇ ਤੇ ਆਪਣੇ ਦੇਸ਼ ਨੂੰ ਪਿਆਰ ਤਾਂ ਕਰੋ। ਜੇ ਤੁਸੀਂ ਪਿਆਰ ਕਰੋਗੇ ਤਾਂ ਬੇਟੇ ਕੱਲ ਨੂੰ ਪ੍ਰਣਾਲੀ ਵੀ ਤੁਹਾਨੂੰ ਰੀਪੇ ਕਰੇਗੀ। ਜੇ ਅਸੀਂ ਚਾਹੁੰਦੇ ਹਾਂ, ਬੜਾ ਵਧੀਆ ਸੰਦੇਸ਼ ਦੇ ਰਹੀ ਹਾਂ ਮੈਂ ਇਸ ਤੇ ਅਕਾਰਿੰਗ, ਜੇ ਅਸੀਂ ਚਾਹੁੰਦੇ ਹਾਂ ਸਾਡਾ ਕੰਮ ਵਧੀਆ ਹੋਵੇ ਕਿਸੇ ਵੀ ਫੀਲਡ ਵਿੱਚ, ਪ੍ਰਣਾਲੀ ਜਾਂ ਆਮ ਜ਼ਿੰਦਗੀ ਵਿੱਚ, ਤਾਂ ਸਾਨੂੰ ਆਪਣੇ ਕੰਮ ਨੂੰ ਕਰਾਉਣ ਦੇ ਲਈ ਸਾਡੇ ਵੀ ਕੁਝ ਫਰਜ਼ ਨੇ, ਸਾਨੂੰ ਵੀ ਸਮਰਥਨ ਦੇਣਾ ਪਏਗਾ। ਸੋ ਮੈਂ ਟੌਪਿਕ ਤੇ ਵਾਪਸ ਆ ਰਹੀ ਹਾਂ। ਭੌਤਿਕ ਸਮਰਥਨ ਵੀ ਦੇਣਾ ਪਏਗਾ, ਕਾਨੂੰਨਾਂ ਨੂੰ ਵੀ ਮੰਨਣਾ ਪਏਗਾ, ਪ੍ਰਣਾਲੀ ਵਿੱਚ ਭਾਗ ਵੀ ਲੈਣਾ ਪਏਗਾ ਤੇ ਪ੍ਰਣਾਲੀ ਦਾ ਸਨਮਾਨ ਵੀ ਕਰਨਾ ਪਵੇਗਾ। ਆਈ ਥਿੰਕ ਤੁਹਾਨੂੰ ਇਸ ਐਗਜ਼ਾਮਪਲ ਤੋਂ ਬਾਅਦ ਇਹ ਪੁਆਇੰਟ ਜ਼ਰੂਰ ਸਮਝ ਆ ਗਿਆ ਹੋਵੇਗਾ। ਅਗਲੀ ਗੱਲ ਅੱਗੇ ਆ ਗਿਆ ਬੇਟੇ, ਨਿਕਾਸ ਕਿਸ ਨੂੰ ਕਹਿੰਦੇ ਹਨ? ਵਾਟ ਆਰ ਆਊਟਪੁੱਟਸ? ਹੁਣ ਤਾਂ ਅਸੀਂ ਨਿਵੇਸ਼ਾਂ ਦੀ ਗੱਲ ਕੀਤੀ ਹੈ। ਨਿਕਾਸ ਕੀ ਹਨ ਬੇਟੇ? ਲੋਕਾਂ ਦੀਆਂ ਵੱਖ-ਵੱਖ ਮੰਗਾਂ ਸੰਬੰਧੀ ਪ੍ਰਣਾਲੀ ਵੱਲੋਂ ਲਏ ਹੋਏ ਨਿਰਣੇ ਨਿਕਾਸ ਹੁੰਦੇ ਹਨ, ਠੀਕ ਹੈ। ਮੰਨ ਲਓ ਵਿਦਿਆਰਥੀਆਂ ਨੇ ਫੀਸਾਂ ਘੱਟ ਕਰਨ ਦੀ ਮੰਗ ਕਰਤੀ, ਮੰਨ ਲਓ ਅਸੀਂ ਸਿੱਖਿਆ ਢਾਂਚੇ ਵਿੱਚ ਸੁਧਾਰ ਕਰਨ ਦੀ ਮੰਗ ਕਰ ਲਈ, ਮੰਨ ਲਓ ਅਸੀਂ ਭ੍ਰਸ਼ਟਾਚਾਰ ਨੂੰ ਦੂਰ ਕਰਨ ਦੀ ਮੰਗ ਕਰ ਲਈ, ਮੰਨ ਲਓ ਅਸੀਂ ਪ੍ਰਣਾਲੀ ਅੱਗੇ ਮੰਗ ਕੀਤੀ ਕਿ ਬਾਹਰਲੇ ਦੇਸ਼ਾਂ ਵਿੱਚ ਜਿੰਨਾ ਭਾਰਤ ਦਾ ਧਨ ਪਿਆ ਵੀ ਉਹ ਵਾਪਸ ਲੈ ਕੇ ਆਓ, ਸਾਡਾ ਦੇਸ਼ ਗਰੀਬ ਹੈ, ਇੱਥੇ ਅਸੀਂ ਉਹਦੀ ਵਰਤੋਂ ਕਰੀਏ। ਤੁਸੀਂ ਮੰਗਾਂ ਕਰ ਲਈਆਂ। ਹੁਣ ਉਹਨਾਂ ਮੰਗਾਂ ਸੰਬੰਧੀ ਪ੍ਰਣਾਲੀ ਨੇ ਲੈਣੇ ਹਨ ਬੇਟੇ ਨਿਰਣੇ ਕਿੱਦਾਂ ਲੈਣੇ ਹਨ? ਪ੍ਰਣਾਲੀ ਦੇ ਨਿਕਾਸ ਕੰਮ 3 ਨੇ, ਤੁਹਾਨੂੰ ਪਤਾ ਹੈ। ਨੰਬਰ 1 ਨਿਯਮ ਨਿਰਮਾਣ। ਪ੍ਰਣਾਲੀ ਤੁਹਾਡੀ ਮੰਗਾਂ ਸੰਬੰਧੀ ਕਾਨੂੰਨ ਬਣਾਏਗੀ। ਨਿਯਮ ਪ੍ਰਯੋਗ, ਉਹਨਾਂ ਕਾਨੂੰਨਾਂ ਨੂੰ ਲਾਗੂ ਕਰੇਗੀ। ਫਿਰ ਉਹਨਾਂ ਕਾਨੂੰਨਾਂ ਦਾ ਨਿਰਣਾ ਕਰੇਗੀ। ਹੁਣੇ 1-2 ਦਿਨ ਪਹਿਲਾਂ ਦੀ ਆਈ ਥਿੰਕ ਨਿਊਜ਼ ਦੇ ਵਿੱਚ ਸੀ ਕਿ ਸਾਡੀ ਜੋ ਨਵੀਂ ਬਣੀ ਸਰਕਾਰ ਹੈ, ਸੈਂਟਰ ਦੀ, ਮੋਦੀ ਜੀ ਦੀ ਜੋ ਸਰਕਾਰ ਹੈ, ਉਹਨੇ ਇੱਕ ਕਮੇਟੀ ਬਿਠਾਈ ਹੈ। ਉਹ ਕਮੇਟੀ ਦਾ ਕੰਮ ਹੀ ਇਹ ਹੈ ਕਿ ਬਾਹਰਲੇ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ ਜੋ ਭਾਰਤੀ ਧਨ ਪਿਆ ਹੈ, ਬੈਂਕਾਂ ਵਿੱਚ ਪਿਆ ਹੈ, ਉਹਦੇ ਸੰਬੰਧੀ ਇਨਵੈਸਟੀਗੇਸ਼ਨ ਕੀਤੀ ਜਾਵੇ। ਕਿਉਂਕਿ ਮੋਦੀ ਸਰਕਾਰ ਨੇ ਸਾਨੂੰ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਦੇਸ਼ ਵਿੱਚੋਂ ਭ੍ਰਸ਼ਟਾਚਾਰ ਖਤਮ ਕਰਾਂਗੇ। ਗੁੱਡ ਗਵਰਨੈਂਸ ਦਾ ਜੋ ਵਾਅਦਾ ਸੀ ਉਹ ਹੁਣ ਉਹਨਾਂ ਨੂੰ ਪੂਰਾ ਕਰਨਾ ਪਵੇਗਾ। ਲੋਕਾਂ ਦੀਆਂ ਮੰਗਾਂ ਸਨ ਸਰਕਾਰ ਦੇ ਪ੍ਰਤੀ, ਉਹਨਾਂ ਮੰਗਾਂ ਨੂੰ ਇੱਕ ਮੰਗ ਨੂੰ ਲੈ ਕੇ ਸਰਕਾਰ ਪਹਿਲਾਂ ਚਰਚਾ ਕਰੇਗੀ, ਕਾਨੂੰਨ ਬਣਾਏਗੀ, ਇਕੱਲੇ ਬਣਾਏਗੀ ਨਹੀਂ, ਉਸ ਨੂੰ ਲਾਗੂ ਵੀ ਕਰੇਗੀ, ਅਤੇ ਜੇ ਉਹਨਾਂ ਸੰਬੰਧੀ ਲੋੜ ਪਈ ਕਾਨੂੰਨਾਂ ਦੀ ਤਾਂ ਹਰ ਟਾਈਪ ਦੀ ਵਿਆਖਿਆ ਵੀ ਕੀਤੀ ਜਾਵੇਗੀ। ਸੋ ਇਹ 3 ਕੰਮ ਜਿਹੜੇ ਹਨ ਬੇਟੇ, ਇਹ ਨਿਕਾਸ ਕੰਮ ਨੇ। ਅਗਲੀ ਚੀਜ਼ ਆ ਗਈ ਵਾਤਾਵਰਣ ਦਾ ਪ੍ਰਭਾਵ। ਯਾਦ ਰੱਖਣਾ, ਜਦੋਂ ਵੀ ਨਿਵੇਸ਼ ਨਿਕਾਸਾਂ ਵਿੱਚ ਬਦਲੇ ਜਾਣਗੇ, ਲੋਕਾਂ ਦੀਆਂ ਮੰਗਾਂ ਨਿਰਣਿਆਂ ਵਿੱਚ ਬਦਲੀਆਂ ਜਾਣਗੀਆਂ, ਤਾਂ ਕਹਿੰਦੇ ਡੇਵਿਡ ਈਸਟਨ ਕਹਿੰਦੇ ਨੇ ਵਾਤਾਵਰਣ ਦਾ ਪ੍ਰਭਾਵ ਪਏਗਾ। ਵੈਸੇ ਵੀ ਮਨੁੱਖ ਦੀ ਜ਼ਿੰਦਗੀ ਤੇ ਵੀ ਪੈਂਦਾ ਹੈ, ਪ੍ਰਣਾਲੀ ਤੇ ਵੀ ਪੈਂਦਾ ਹੈ।
ਕਿੱਦਾਂ ਦਾ ਵਾਤਾਵਰਣ? ਦੋ ਤਰ੍ਹਾਂ ਦਾ, ਦੇਸ਼ ਦਾ ਅੰਦਰੂਨੀ ਵਾਤਾਵਰਣ ਅਤੇ ਦੇਸ਼ ਦਾ ਬਾਹਰੀ ਵਾਤਾਵਰਣ। ਜੇ ਸਾਡੇ ਦੇਸ਼ ਵਿੱਚ ਗਰੀਬੀ ਹੈ, ਜੇ ਸਾਡੇ ਦੇਸ਼ ਵਿੱਚ ਯੁੱਧ ਛਿੜ ਗਿਆ ਹੈ, ਜੇ ਸਾਡੇ ਦੇਸ਼ ਨੂੰ ਖਤਰਾ ਹੈ, ਜੇ ਸਾਡੇ ਦੇਸ਼ ਦੇ ਉੱਤੇ ਕੋਈ ਹੋਰ ਪ੍ਰੋਬਲਮ ਹੈ, ਵਿਦੇਸ਼ੀ ਸੰਬੰਧ ਠੀਕ ਨਹੀਂ ਹਨ, ਤਾਂ ਬੇਟੇ ਜਦੋਂ ਤੁਸੀਂ ਮੰਗ ਕਰੋਗੇ ਉਸ ਮੰਗ ਦੇ ਉੱਤੇ ਵਾਤਾਵਰਣ ਪ੍ਰਭਾਵ ਪਾਏਗਾ। ਮੰਨ ਲਓ ਤੁਸੀਂ ਆਪਣੇ ਡੈਡੀ ਨੂੰ ਕਿਹਾ, ਡੈਡੀ ਮੈਨੂੰ ਇਸ ਵਾਰੀ ਮੋਟਰਸਾਈਕਲ ਲੈ ਦਿਓ, ਡੈਡੀ ਲੈ ਕੇ ਦੇਣ ਲਈ ਤਿਆਰ ਵੀ ਹੋ ਗਏ ਬੇਟੇ ਮੋਟਰਸਾਈਕਲ। ਰੱਬ ਨਾ ਕਰੇ ਘਰ 'ਚ ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਬਿਮਾਰੀ ਆ ਗਈ, ਉਹ ਕੀ ਹੈ, ਘਰ ਦਾ ਮਾਹੌਲ ਚੇਂਜ ਹੋ ਗਿਆ, ਉੱਥੇ ਲੋੜ ਪੈ ਗਈ, ਤੁਹਾਡੀ ਮੋਟਰਸਾਈਕਲ ਦੀ ਮੰਗ ਸਸਪੈਂਡ ਕੀਤੀ ਜਾ ਸਕਦੀ ਹੈ, ਕੱਟੀ ਜਾ ਸਕਦੀ ਹੈ ਤੇ ਉਹ ਧਨ ਦੂਜੇ ਪਾਸੇ ਲਗਾਇਆ ਜਾ ਸਕਦਾ ਹੈ। ਮੰਨ ਲਓ ਸਾਡੀ ਸਰਕਾਰ ਨੇ ਤੁਹਾਡੀ ਕੋਈ ਬਹੁਤ ਵੱਡਾ ਪ੍ਰੋਜੈਕਟ ਲਗਾਉਣਾ ਚਾਹੁੰਦੀ ਹੋਵੇ, ਰੱਬ ਨਾ ਕਰੇ ਸਾਡੇ ਦੇਸ਼ ਤੇ ਹਮਲਾ ਹੋ ਜੇ, ਸ਼ਾਂਤੀ ਨੂੰ ਖਤਰਾ ਹੋ ਜੇ, ਇੱਕਦਮ ਤੁਹਾਡੀ ਸਰਕਾਰ ਤੁਹਾਡੀ ਮੰਗ ਨੂੰ ਛੱਡ ਕੇ ਦੇਸ਼ ਦੀ ਸ਼ਾਂਤੀ ਨੂੰ ਸੰਭਾਲੇਗੀ। ਬਾਹਰਲੇ ਦੇਸ਼ਾਂ ਵਾਲੇ ਆਪਣੇ ਤੋਂ ਮੰਗ ਕਰਦੇ ਹਨ, ਚੰਗਾ ਢਾਂਚਾ ਦਿਓ, ਵਧੀਆ ਸੜਕਾਂ, ਵਧੀਆ ਸਾਰਾ ਕੁਝ। ਭਾਰਤ ਦੇ ਲੋਕ ਕੀ ਮੰਗ ਕਰਨਗੇ? ਬੇਰੁਜ਼ਗਾਰੀ ਨੂੰ ਖਤਮ ਕਰੋ, ਗਰੀਬੀ ਨੂੰ ਖਤਮ ਕਰੋ, ਲੜਾਈ ਝਗੜੇ ਖਤਮ ਕਰੋ। ਜਿਵੇਂ ਅਸੀਂ ਕਹਿ ਸਕਦੇ ਹਾਂ, ਅਮੀਰ ਮਾਂ-ਬਾਪ ਦੇ ਬੱਚਿਆਂ ਦੀਆਂ ਮੰਗਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਹਨ, ਗਰੀਬ ਮਾਂ-ਬਾਪ ਦੇ ਬੱਚਿਆਂ ਦੀਆਂ ਮੰਗਾਂ ਹੋਰ ਤਰ੍ਹਾਂ ਹੁੰਦੀਆਂ ਹਨ, ਕਿਉਂਕਿ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ। ਸੋ ਡੇਵਿਡ ਈਸਟਨ ਕਹਿੰਦੇ ਕਿ ਜਦੋਂ ਪ੍ਰਣਾਲੀ ਤੁਹਾਡੀਆਂ ਮੰਗਾਂ ਪੂਰੀਆਂ ਕਰੇਗੀ ਤਾਂ ਪ੍ਰਣਾਲੀ ਦੇ ਉੱਤੇ ਦੇਸ਼ ਦੇ ਅੰਦਰੂਨੀ ਵਾਤਾਵਰਣ ਦਾ ਪ੍ਰਭਾਵ ਵੀ ਪਏਗਾ ਅਤੇ ਦੇਸ਼ ਦੇ ਬਾਹਰੀ ਵਾਤਾਵਰਣ ਦਾ ਪ੍ਰਭਾਵ ਵੀ ਪਏਗਾ। ਸਾਡੇ ਦੂਜੇ ਦੇਸ਼ਾਂ ਨਾਲ ਸੰਬੰਧ, ਕਿਸੇ ਦੀ ਪਰਮਾਣੂ ਸ਼ਕਤੀ, ਤੁਸੀਂ ਬੜੀ ਵਾਰੀ ਪੜ੍ਹੋਗੇ ਅੱਗੇ ਕਿ ਜੇ ਭਾਰਤ ਨੇ ਪਰਮਾਣੂ ਹਥਿਆਰ ਬਣਾਏ, ਦੂਸਰੇ ਹੀ ਦਿਨ ਅਸੀਂ ਕਹਿ ਸਕਦੇ ਹਾਂ ਮਹੀਨੇ ਬਾਅਦ ਹੀ ਪਾਕਿਸਤਾਨ ਬਣਾ ਲੈਂਦਾ ਹੈ, ਉਹ ਵੀ ਆਪਣੀ ਸ਼ਕਤੀ ਪ੍ਰਦਰਸ਼ਨ ਕਰਦਾ ਹੈ। ਸੋ ਅਜਿਹੀਆਂ ਗੱਲਾਂ ਜਿਹੜੀਆਂ ਹਨ ਬੇਟੇ, ਇਹ ਵੀ ਸਾਡੇ ਤੇ ਪ੍ਰਭਾਵ ਪਾਉਂਦੀਆਂ ਹਨ। ਅਗਲੀ ਗੱਲ, ਸਭ ਤੋਂ ਇੰਪੋਰਟੈਂਟ ਕੁਐਸਚਨ ਦੇ ਉੱਤੇ ਆ ਗਏ ਅਸੀਂ, ਡੇਵਿਡ ਈਸਟਨ ਦਾ ਫੀਡਬੈਕ ਲੂਪ ਮਾਡਲ। ਡੇਵਿਡ ਈਸਟਨ ਦਾ ਫੀਡਬੈਕ ਲੂਪ ਮਾਡਲ ਇਹ ਕੀ ਹੈ ਬੇਟੇ? ਵੈਰੀ ਇੰਪੋਰਟੈਂਟ 4 ਅੰਕਾਂ ਦਾ ਪ੍ਰਸ਼ਨ। ਇਹ ਕੁਛ ਨਹੀਂ, ਤੁਸੀਂ ਇਹਨੂੰ ਥੋੜਾ ਜਿਹਾ ਟੈਕਨੀਕਲੀ ਦੇਖੋ ਕਿ ਸਭ ਤੋਂ ਪਹਿਲਾਂ ਵਿਚਕਾਰ ਹੈ ਪੋਲੀਟੀਕਲ ਸਿਸਟਮ। ਪੋਲੀਟੀਕਲ ਸਿਸਟਮ ਮੈਨੇ ਸਾਡੀ ਰਾਜਨੀਤਿਕ ਪ੍ਰਣਾਲੀ, ਸਾਡਾ ਰਾਜਨੀਤਿਕ ਢਾਂਚਾ। ਅਸੀਂ ਕੀ ਕਰਦੇ ਹਾਂ? ਢਾਂਚੇ ਤੋਂ ਮੰਗਾਂ ਰੱਖਦੇ ਹਾਂ। ਦੇਖੋ ਬੇਟੇ, ਐਰੋ ਅੰਦਰ ਨੂੰ ਹੈ, ਪ੍ਰਣਾਲੀ ਤੋਂ ਅਸੀਂ ਮੰਗ ਕੀਤੀ। ਜਦੋਂ ਅਸੀਂ ਪ੍ਰਣਾਲੀ ਅੱਗੇ ਮੰਗਾਂ ਰੱਖਦੇ ਹਾਂ ਤਾਂ ਕਿਹਦਾ ਪ੍ਰਭਾਵ ਪੈ ਰਿਹਾ ਹੈ? ਵਾਤਾਵਰਣ ਦਾ ਪ੍ਰਭਾਵ ਪੈ ਰਿਹਾ ਹੈ। ਕਿਹੜਾ? ਦੇਸ਼ ਦੇ ਅੰਦਰੂਨੀ ਵਾਤਾਵਰਣ ਦਾ ਵੀ ਅਤੇ ਬਾਹਰੀ ਵਾਤਾਵਰਣ। ਜਿਵੇਂ ਦਾ ਸਾਡਾ ਦੇਸ਼ ਹੋਵੇਗਾ ਅਸੀਂ ਉਸੇ ਤਰ੍ਹਾਂ ਦੀਆਂ ਮੰਗਾਂ ਰੱਖਾਂਗੇ। ਉਸ ਤੋਂ ਬਾਅਦ ਜੇ ਮੈਂ ਤੁਹਾਨੂੰ ਦੱਸਿਆ ਕਿ ਕੱਲੀ ਮੰਗਾਂ ਰੱਖਣੀਆਂ ਕਾਫੀ ਨਹੀਂ, ਪ੍ਰਣਾਲੀ ਨੂੰ ਸਪੋਰਟ ਵੀ ਦੇਣੀ ਪਏਗੀ। ਮੰਨ ਲਓ ਅਸੀਂ ਐਡੀਆਂ ਚੀਜ਼ਾਂ ਮੰਗਦੇ ਤਾਂ ਹਾਂ, ਟੈਕਸ ਪੇ ਹੀ ਨਹੀਂ ਕਰਦੇ, ਪ੍ਰਣਾਲੀ ਸਾਡੇ ਕੰਮ ਨਹੀਂ ਕਰ ਸਕੇਗੀ, ਸੋ ਸਾਨੂੰ ਸਪੋਰਟ ਦੇਣੀ ਪਏਗੀ। ਉਸ ਤੋਂ ਬਾਅਦ ਪ੍ਰਣਾਲੀ ਤੁਹਾਡੀਆਂ ਮੰਗਾਂ ਸੰਬੰਧੀ ਕੀ ਲਏਗੀ? ਡਿਸੀਜਨ ਲਏਗੀ, ਨਿਰਣੇ ਲਏਗੀ। ਜਦੋਂ ਪ੍ਰਣਾਲੀ ਡਿਸੀਜਨ ਲੈਂਦੀ ਹੈ, ਨਿਰਣੇ ਲੈਂਦੀ ਹੈ ਬੇਟੇ, ਇੱਕ ਵਾਰੀ ਫਿਰ ਪ੍ਰਣਾਲੀ ਨਿਰਣੇ ਲੈਣ ਸਮੇਂ ਉਹਦੇ ਤੇ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਪ੍ਰਣਾਲੀ ਨੇ ਨਿਰਣੇ ਲਏ, ਮੰਨ ਲਓ ਉਹ ਨਿਰਣੇ ਲੋਕਾਂ ਤੱਕ ਪਹੁੰਚੇ, ਲੋਕੀ ਉਹਦੇ ਤੋਂ ਸੰਤੁਸ਼ਟ ਨਹੀਂ ਹੋਏ, ਪ੍ਰਣਾਲੀ ਦੇ ਲਏ ਹੋਏ ਨਿਰਣੇ ਜਿਸ ਵਿਧੀ ਰਾਹੀਂ ਲੋਕਾਂ ਤੱਕ ਪਹੁੰਚੇ, ਜੇ ਤਾਂ ਲੋਕ ਸੰਤੁਸ਼ਟ ਹੋ ਗਏ ਫਿਰ ਬੇਟਾ ਇੱਕ ਨਵੀਂ ਮੰਗ ਆ ਗਈ। ਜੇ ਲੋਕ ਸੰਤੁਸ਼ਟ ਨਾ ਹੋਏ ਤਾਂ ਇੱਕ ਵਾਰੀ ਫਿਰ ਜਿਹੜਾ ਇਹ ਨਿਰਣਾ ਹੈ, ਇਹ ਇੱਕ ਵਾਰੀ ਫਿਰ ਲੋਕੀ ਕਹਿੰਦੇ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ, ਇੱਕ ਵਾਰੀ ਫਿਰ ਮੰਗ ਬਣ ਕੇ ਪ੍ਰਣਾਲੀ ਕੋਲ ਆ ਗਿਆ। ਸੋ ਉਹ ਸਾਰੇ ਸਾਧਨ ਜਿਨ੍ਹਾਂ ਦੇ ਰਾਹੀਂ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਅਤੇ ਸਰਕਾਰ ਦੇ ਨਿਰਣੇ ਲੋਕਾਂ ਤੱਕ ਪਹੁੰਚਦੇ ਹਨ, ਉਹਨਾਂ ਸਾਰਿਆਂ ਨੂੰ ਲੋਕ ਜੇ ਉਸ ਮੰਗਾਂ ਤੋਂ ਸੰਤੁਸ਼ਟ ਨੇ ਤਾਂ ਨਵੀਂ ਮੰਗ, ਅਦਰਵਾਈਜ਼ ਉਹ ਮੰਗ ਇੱਕ ਵਾਰ ਫਿਰ ਉਹ ਨਿਰਣਾ ਬੇਟੇ ਇੱਕ ਵਾਰੀ ਫਿਰ ਮੰਗ ਬਣ ਕੇ ਪ੍ਰਣਾਲੀ ਕੋਲ ਆਉਂਦਾ ਹੈ। ਇਸ ਸਾਰੀ ਪ੍ਰਕਿਰਿਆ ਨੂੰ ਮੁੜ ਨਿਵੇਸ਼ ਪ੍ਰਕਿਰਿਆ ਭਾਵ ਫੀਡਬੈਕ ਲੂਪ ਕਿਹਾ ਜਾਂਦਾ ਹੈ। ਬਿਲਕੁਲ ਨਹੀਂ ਡਰਨਾ, ਗਲਤ ਕੋਈ ਚਿੱਤਰ ਨਹੀਂ ਬਣਾਉਣਾ। ਮੰਗਾਂ ਅੰਦਰ ਨੂੰ, ਮੰਗਾਂ ਨੂੰ ਸਪੋਰਟ ਦੀ ਲੋੜ ਹੈ, ਇਹਦੇ ਤੇ ਵਾਤਾਵਰਣ ਦਾ ਪ੍ਰਭਾਵ ਹੈ। ਪ੍ਰਣਾਲੀ ਨਿਰਣੇ ਕੀਤੇ, ਪ੍ਰਣਾਲੀ ਨੇ ਪਾਲਿਸੀਜ਼ ਬਣਾਈਆਂ, ਉਦੋਂ ਉੱਤੇ ਵਾਤਾਵਰਣ ਦਾ ਪ੍ਰਭਾਵ ਹੈ। ਉਹ ਮੁੜ ਕੇ ਨਵੀਂ ਮੰਗ ਵੀ ਬਣ ਸਕਦੀ ਹੈ ਅਤੇ ਉਹ ਨਿਰਣਾ ਇੱਕ ਵਾਰੀ ਫਿਰ ਤੋਂ ਨਵੀਂ ਮੰਗ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਸੋ ਇਹ ਕੁਐਸਚਨ ਤੁਹਾਡੇ ਪੇਪਰ 'ਚ 100% ਸ਼ੋਰ ਆਏਗਾ। ਇਸ ਕੁਐਸਚਨ ਨੂੰ ਤੁਸੀਂ ਧਿਆਨ ਦੇ ਨਾਲ ਕਰ ਲੈਣਾ ਹੈ। ਹੁਣ ਬੇਟੇ ਇੱਕ ਹੋਰ ਇਸ ਲੈਸਨ ਦੇ ਵਿੱਚੋਂ 10 ਅੰਕਾਂ ਦਾ ਪ੍ਰਸ਼ਨ ਆ ਜਾਂਦਾ ਹੈ ਜਾਂ ਕਈ ਵਾਰੀ 4 ਅੰਕ 'ਚ ਵੀ ਪੁੱਛ ਲਿਆ ਜਾਂਦਾ ਹੈ। ਵੈਰੀ ਈਜ਼ੀ ਕੁਐਸਚਨ ਕਿ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ। ਮੈਂ ਤੁਹਾਨੂੰ ਵਾਪਸ ਲੈ ਕੇ ਜਾਨੀ ਆ ਤੁਹਾਡੀ 10+1 ਦੇ ਵਿੱਚ ਅਸੀਂ ਕੀ ਕੀਤਾ ਸੀ? ਰਾਜ ਬਾਰੇ ਪੜ੍ਹਿਆ ਸੀ। ਰਾਜ ਕੀ ਹੈ? ਥੋੜੇ ਜਾਂ ਬਹੁਤੇ ਲੋਕਾਂ ਦਾ ਸਮੂਹ ਜੋ ਧਰਤੀ ਦੇ ਨਿਸ਼ਚਿਤ ਭਾਗ ਤੇ ਰਹਿੰਦੇ ਹਨ, ਜਿਨ੍ਹਾਂ ਦੀ ਆਪਣੀ ਇੱਕ ਸਰਕਾਰ ਹੁੰਦੀ ਹੈ ਅਤੇ ਉਹ ਸਰਕਾਰ ਅੰਦਰੂਨੀ ਅਤੇ ਬਾਹਰੀ ਤੌਰ ਤੇ ਸੁਤੰਤਰ ਹੁੰਦੀ ਹੈ, ਉਸ ਨੂੰ ਰਾਜ ਕਿਹਾ ਜਾਂਦਾ ਹੈ।
ਉਸੇ ਰਾਜ ਦੀ ਧਾਰਨਾ ਨੇ ਅੱਜ ਕਿਹਦਾ ਰੂਪ ਲੈ ਲਿਆ ਹੈ? ਰਾਜਨੀਤਿਕ ਪ੍ਰਣਾਲੀ ਦਾ ਰੂਪ ਲੈ ਲਿਆ ਹੈ। ਸੋ ਦੋਨਾਂ ਵਿੱਚ ਅੰਤਰ ਕੀ ਹੈ? ਨੰਬਰ 1, ਨਿਰਮਾਣਕ ਤੱਤਾਂ ਸੰਬੰਧੀ ਅੰਤਰ, ਭਾਵ ਰਾਜ ਦੇ ਨਿਰਮਾਣ ਲਈ 4 ਤੱਤਾਂ ਦਾ ਹੋਣਾ ਜ਼ਰੂਰੀ ਹੈ: ਜਨਸੰਖਿਆ, ਭੂਮੀ, ਸਰਕਾਰ ਅਤੇ ਪ੍ਰਭੂਸੱਤਾ। ਇਸੇ ਤਰੀਕੇ ਦੇ ਨਾਲ ਰਾਜਨੀਤਿਕ ਪ੍ਰਣਾਲੀ ਲਈ ਸਭ ਤੋਂ ਜ਼ਰੂਰੀ ਤੱਤ ਕੀ ਹੈ ਬੇਟੇ? ਨਿਯਮਿਤ ਸਰੀਰਕ ਕਾਨੂੰਨੀ ਜ਼ਬਰ ਸ਼ਕਤੀ, ਫਿਜ਼ੀਕਲ ਲੈਜੀਟੀਮੇਟ ਫਿਜ਼ੀਕਲ ਕੋਵਰਸਿਵ ਪਾਵਰ। ਜੇ ਇਹ ਸ਼ਕਤੀ ਨਹੀਂ ਹੈ ਤਾਂ ਸਮਝੋ ਰਾਜਨੀਤਿਕ ਪ੍ਰਣਾਲੀ ਨਹੀਂ ਹੈ। ਜੇ ਇਹ ਤੱਤ ਨਹੀਂ ਹਨ, ਪ੍ਰਭੂਸੱਤਾ ਨਹੀਂ ਹੈ, ਤਾਂ ਸਮਝੋ ਉਹ ਰਾਜ ਨਹੀਂ ਹੈ। ਸੋ ਰਾਜਨੀਤਿਕ ਪ੍ਰਣਾਲੀ ਅਤੇ ਰਾਜ ਵਿੱਚ ਪਹਿਲਾ ਅੰਤਰ ਇਹ ਪਾਇਆ ਜਾਂਦਾ ਹੈ। ਦੂਸਰਾ ਬੇਟੇ ਹੈ ਕਾਰਜਾਂ ਸੰਬੰਧੀ ਅੰਤਰ। ਇਨਪੁਟ ਅਤੇ ਆਉਟਪੁੱਟ ਕਿਹਦੇ ਕੰਮ ਨੇ? ਮੈਂ ਹੁਣੇ ਦੱਸ ਕੇ ਹਟੀ ਹਾਂ ਕਿ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ, ਲੋਕਾਂ ਦੀਆਂ ਮੰਗਾਂ ਨੂੰ ਨਿਰਣਿਆਂ ਵਿੱਚ ਬਦਲਣਾ। ਜੋ ਸਾਡਾ ਪੁਰਾਣੇ ਸਮੇਂ ਦਾ ਰਾਜ ਸੀ, ਰਾਜ ਦੇ ਕੰਮ ਕੀ ਸੀ? ਜ਼ਰੂਰੀ ਅਤੇ ਇੱਛਕ ਕਾਰਜ। ਰਾਜ ਨੂੰ ਸੁਰੱਖਿਆ ਕਰਨੀ ਪੈਂਦੀ ਸੀ, ਰਾਜ ਨੂੰ ਲੋਕਾਂ ਦੀ ਭਲਾਈ ਕਰਨੀ ਪੈਂਦੀ ਸੀ, ਰਾਜ ਨੂੰ ਲੋਕਾਂ ਦੀ ਰੱਖਿਆ ਕਰਨੀ ਪੈਂਦੀ ਸੀ, ਜ਼ਰੂਰੀ ਲੋੜਾਂ ਦੀ ਪੂਰਤੀ ਕਰਨੀ ਪੈਂਦੀ ਸੀ। ਇਸ ਤੋਂ ਇਲਾਵਾ